ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਵਾਰ ਦੇ 8ਵੇਂ ਸ਼ਬਦ ਦੀ ਵਾਰੀ ਹੈ ਜੀ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮੁਸਲਮਾਨਾ ਮਾਲਸ ਮਸਾਵੈ। ਹੋਏ ਮੁਸਲਮ ਦੀਨ ਮੁਹਾਣੇ, ਮਰ ਜੀਵਨ ਕਾ ਭਰਮ ਚੁਕਾਵੈ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਤੋ ਨਾਨਕ ਸਰਬ ਜੀਆ ਮਿਹਰਵੰਤ ਹੋਏ, ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਕਾਰ ਚੁਕਾਵੈ। ਤਜ ਕਾਮ ਕਾਮਨੀ ਮੋਹ ਤਜੇ, ਤਾਂ ਅੰਜਨ ਮੇ ਨਿਰੰਜਨ ਪਾਵੈ। ਤਜ ਮਾਨ ਅਭਮਾਨ ਪ੍ਰੀਤ ਸੁਤਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਨਾਨਕ ਸਾਚਾ ਮਨ ਵਸੇ, ਸਚ ਸ਼ਬਦ ਹਰ ਨਾਮ ਸਮਾਵੇ। ਪੌੜੀ। ਰਾਜੇ ਰਇਤ ਸਿਕਦਾਰ ਕੋਇ ਨ ਰਹਿਸਿਓ, ਹਠ ਪਟਣ ਬਾਜ਼ਾਰ ਹੁਕਮੀ ਟਹਿਸਿਓ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਤਾਜੀ ਰੱਬ ਰਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ। ਤੰਬੂ ਪਲਗ ਨਿਵਾਰ ਸਰਾਏ ਚੇ ਲਾਲਤੀ, ਨਾਨਕ ਸੱਚ ਦਤਾਰ ਸਿਨਾਖਤ ਕੁਦਰਤੀ। ਤੰਬੂ ਪਲੰਗ ਨਿਵਾਰ ਸਰਾਏ ਚੇ ਲਾਲਤੀ, ਨਾਨਕ ਸੱਚ ਦਤਾਰ ਸਿਨਾਖਤ ਕੁਦਰਤੀ। ਗੁਰੂ ਜੀ ਕਹਿੰਦੇ ਹਨ ਕਿ ਸੱਚਾ ਮੁਸਲਮਾਨ ਸਦਾਉਣਾ ਬਹੁਤ ਔਖਾ ਹੈ। ਜੇ ਸ਼ਬਦ ਵਿੱਚ ਦੱਸੀ ਅਤੇ ਅੱਗੇ ਲਿਖੀ ਰਹਿਤ ਵਾਲਾ ਹੋਵੇ ਤਾਂ ਫਿਰ ਆਪਣੇ ਆਪ ਨੂੰ ਸੱਚਾ ਮੁਸਲਮਾਨ ਕਹਾਵੇ। ਉਹ ਸਭ ਤੋਂ ਪਹਿਲਾਂ ਵਾਲੀਆਂ ਦੱਸੀਆਂ ਹੋਈਆਂ ਇਮਾਨ ਧਰਮ ਮਾਰਗ ਮਿੱਠਾ ਕਰਕੇ ਮੰਨੇ, ਫਿਰ ਲੋਹੇ ਦੀ ਜੰਗਾਲ ਉਤਾਰਨ ਵਾਲੇ ਮਸਕਲੇ ਵਾਂਗੂ ਅੱਲਾ ਦਾ ਨਾਮ ਲੈ ਕੇ ਆਪਣੇ ਮਨ ਦੀ ਮੈਲ ਉਤਾਰੇ। ਜੋ ਧਨ ਪਦਾਰਥ ਖਟਿਆ ਹੋਵੇ ਉਸ ਨੂੰ ਲੋੜਵੰਦਾਂ ਵਿੱਚ ਵੰਡ ਦੇਵੇ। ਇਸ ਤਰ੍ਹਾਂ ਮੁਖੀਆ ਦੇ ਦੱਸੇ ਨਿਯਮ ਅਨੁਸਾਰ ਚੱਲਣ ਵਾਲਾ ਸੱਚਾ ਮੁਸਲਮਾਨ ਬਣ ਕੇ ਮਰਨ ਤੇ ਜੀਵਨ ਦਾ ਭਰਮ ਤੌਖਲਾ ਦੂਰ ਕਰ ਦੇਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੇਵਕ ਬਣ ਕੇ ਰੱਬ ਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨੇ, ਉਸ ਕਰਤਾ ਪੁਰਖ ਨੂੰ ਸਭ ਕੁਝ ਮੰਨੇ ਅਤੇ ਆਪਣਾ ਆਪ ਗੁਆ ਦੇਵੇ। ਭਾਵ ਆਪਣਾ ਹੰਕਾਰ ਹਉਮੈ ਨੂੰ ਤ੍ਰਿਸ਼ਨਾਵਾਂ ਨੂੰ ਦੂਰ ਕਰ ਦੇਵੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਸਾਰੇ ਜੀਵਾਂ ਉੱਤੇ ਦਇਆ ਕਰੇ, ਫਿਰ ਆਪਣੇ ਆਪ ਨੂੰ ਉਹ ਸੱਚਾ ਮੁਸਲਮਾਨ ਅਖਵਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਕਾਮ ਕ੍ਰੋਧ ਝੂਠ ਨਿੰਦਾ ਪਰੇ ਕਰ ਦੇਵੇ, ਮਾਇਆ ਦਾ ਲਾਲਚ ਤੇ ਅਹੰਕਾਰ ਛੱਡ ਦੇਵੇ, ਵਿਸ਼ੇ ਵਾਸ਼ਨਾ ਤਿਆਗ ਦੇਵੇ, ਤਾਂ ਮਾਇਆ ਵਿੱਚ ਵਿਚਰਦਿਆਂ ਹੀ ਮਾਇਆ ਤੋਂ ਰਹਿਤ ਪਰਮੇਸ਼ਰ ਨੂੰ ਪਾ ਸਕੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸਤਰੀ ਤੇ ਪੁੱਤਰ ਦੀ ਪ੍ਰੀਤ ਮਾਨ ਤੇ ਅਪਮਾਨ ਤਿਆਗ ਕੇ ਹੋਰ ਦੁਨਿਆਵੀ ਪਦਾਰਥਾਂ ਦੀ ਆਸ ਤੇ ਪਿਆਸ ਛੱਡ ਕੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਦੀ ਲਿਵ ਲਾਏ। ਭਾ ਉਸ ਗੁਰਸ਼ਬਦ ਗੁਰਬਾਣੀ ਦੇ ਨਾਮ ਨਾਲ ਆਪਣੀ ਸਿਰਤ ਜੋੜ ਲਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਸੱਚਾ ਸਾਹਿਬ ਜਿਸ ਦੇ ਮਨ ਵਿੱਚ ਵਸ ਜਾਂਦਾ ਹੈ, ਉਹ ਸੱਚ ਗੁਰੂ ਸ਼ਬਦ ਦੁਆਰਾ
ਹਰੀ ਦੇ ਸੱਚ ਨਾਮ ਵਿੱਚ ਲੀਨ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਰਾਜੇ, ਪ੍ਰਜਾ, ਚੌਧਰੀ ਕੋਈ ਵੀ ਇਸ ਦਿਸਦੇ ਸੰਸਾਰ ਵਿੱਚ ਸਦਾ ਲਈ ਨਹੀਂ ਰਹੇਗਾ। ਹੱਟ, ਸ਼ਹਿਰ, ਬਾਜ਼ਾਰ ਆਦਿ ਸਾਰੇ ਹੀ ਸੱਚੇ ਪਰਮੇਸ਼ਰ ਦੇ ਹੁਕਮ ਵਿੱਚ ਢਹਿ ਢੇਰੀ ਹੋ ਜਾਣੇ ਹਨ ਜੀ, ਭਾਵ ਨਾਸ਼ ਹੋ ਜਾਣੇ ਹਨ ਜੀ। ਪੱਕੇ ਤੇ ਸੋਹਣੇ ਘਰ ਜਿਹੜੇ ਮਨੁੱਖ ਨੇ ਆਪੀ ਬਣਾਏ ਤੇ ਆਪੀ ਸਮਝੀ ਬੈਠਾ ਹੈ, ਧਨ ਨਾਲ ਭਰੇ ਹੋਏ ਖਜ਼ਾਨੇ ਸਾਰੇ ਇੱਕ ਪਲ ਵਿੱਚ ਹੀ ਖਾਲੀ ਹੋ ਜਾਣਗੇ। ਅਰਬੀ ਘੋੜੇ, ਰੱਥ ਤੇ ਊਠ, ਹਾਥੀ, ਉਹਨਾਂ ਤੇ ਪਏ ਪਲਾਣੇ, ਬਾਗ, ਜਾਇਦਾਦ, ਘਰ ਘਾਟ, ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਸੀ, ਉਹ ਕਿੱਥੇ ਹਨ? ਫਿਰ ਗੁਰੂ ਜੀ ਇਸ ਦਾ ਜਵਾਬ ਦਿੰਦੇ ਹਨ ਕਿ ਕੇਵਲ ਉਹ ਦਾਤਾ ਪਰਮਾਤਮਾ, ਪਰਮੇਸ਼ਰ, ਕਰਤਾ ਪੁਰਖ ਸੱਚ ਸਰੂਪ ਹੈ ਜੀ, ਜਿਸ ਦੀ ਪਛਾਣ ਉਸ ਦੀ ਸਾਜੀ ਹੋਈ ਕੁਦਰਤ ਦੁਆਰਾ ਹੁੰਦੀ ਹੈ ਜੀ। ਭਾਵ ਸਾਨੂੰ ਇਸ ਜ਼ਿੰਦਗੀ ਵਿੱਚ ਰਹਿੰਦਿਆਂ ਗੁਰੂ ਦੇ ਦੱਸੇ ਹੁਕਮ 'ਤੇ ਚੱਲਣਾ ਹੈ, ਸਾਰੇ ਵਿਕਾਰਾਂ ਨੂੰ ਛੱਡ ਕੇ ਉਸ ਸੱਚ ਨੂੰ ਪਹਿਚਾਨਣਾ ਹੈ ਜੀ, ਅਤੇ ਸਿਰਫ ਉਹ ਸੱਚ ਹੀ ਸਾਡੇ ਨਾਲ ਜਾਣਾ ਹੈ ਜੀ। ਹੋਰ ਕੂੜ, ਧੋਖੇ, ਵਿਕਾਰ ਇਹ ਸਭ ਖੁਆਰੀ ਵਾਲੇ ਹਨ ਜੀ, ਉਹ ਸਣੇ ਸਰੀਰ ਦੇ ਇੱਥੇ ਹੀ ਖਤਮ ਹੋ ਜਾਣੇ ਹਨ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਕਹਿੰਦੇ ਹਨ, ਅਵਲ ਔਲ ਦੀਨ ਕਰ ਮਿੱਠਾ, ਮੁਸਕਲ ਮਾਨਾ ਮਾਲ ਮੁਸਾਵੇ। ਪਹਿਲਾਂ ਔਲ ਉਲਿਆਵਾ ਦਾ ਦੱਸਿਆ ਹੋਇਆ ਦੀਨ ਧਰਮ ਨੂੰ ਮਿੱਠਾ ਕਰਕੇ ਮੰਨੇ, ਫਿਰ ਉਸ ਉੱਤੇ ਅਮਲ ਕਰੇ ਕਿ ਸਾਰਾ ਮਾਲ, ਧਨ, ਪਦਾਰਥ ਰੱਬ ਦੇ ਦਿੱਤੇ ਹੋਏ ਹਨ, ਅਤੇ ਫਿਰ ਉਹ ਵੰਡ ਕੇ ਛਕੇ, ਭਾਵ ਲੋੜਵਾਰਾਂ ਦੀ, ਜਿਹੜੇ ਲੋੜਵੰਦ ਲੋਕਾਂ ਦੀ ਮਦਦ ਕਰੇ। ਮਸਕਲੇ ਵਾਂਗ, ਜਿਵੇਂ ਮਸਕਲਾ ਰੇਗਮਾਰ ਜੰਗਾਲ ਲਾ ਦਿੰਦਾ ਹੈ, ਉਸੇ ਤਰ੍ਹਾਂ ਹੀ ਇਹ ਕਰੇ ਜੀ। ਫਿਰ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਭਾਵ ਜਿਹੜੇ ਭੰਡਾਰ ਇਹ ਤੇਰੇ ਖਜ਼ਾਨੇ ਧਨ ਨਾਲ ਭਰੇ ਪਏ ਹਨ, ਉਹ ਇੱਕ ਪਲ ਵਿੱਚ ਖਾਲੀ ਕਰ ਦਿੰਦਾ ਹੈ ਜੀ। ਭਾਵ ਜਿਸ ਦਿਨ ਪਰਮਾਤਮਾ ਨੇ ਇਸ ਸਰੀਰ 'ਚੋਂ ਜਾਨ ਕੱਢ ਲੈਣੀ ਹੈ ਜੀ, ਤੇ ਸਾਰਾ ਕੁਛ ਇੱਥੇ ਹੀ ਰਹਿ ਜਾਣਾ ਹੈ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਕਹਿੰਦੇ ਹਨ, ਬਾਗ ਮਿਲਕ ਘਰ ਬਾਰ ਕਿੱਥੇ ਸੇ ਆਪਣੇ। ਜਿਨ੍ਹਾਂ ਪਦਾਰਥਾਂ ਨੂੰ ਮਨੁੱਖ ਆਪਣੇ ਸਮਝੀ ਬੈਠਾ ਸੀ, ਉਹ ਹੁਣ ਕਿੱਥੇ ਹਨ? ਇਹ ਪ੍ਰਸ਼ਨਵਾਚੀ ਪੰਕਤੀ ਹੈ ਜੀ। ਸੋ ਇਸ ਪੰਕਤੀ ਦਾ ਅਰਥ ਇਸ ਤਰ੍ਹਾਂ ਕਰੀਏ ਕਿ ਇਹ ਸਾਰਾ ਕੁਛ, ਜੋ ਬਾਗ, ਜੋ ਧਨ ਭਰੇ ਭੰਡਾਰ, ਜੋ ਵੀ ਅਸੀਂ ਕਮਾਉਂਦੇ ਖਾਂਦੇ ਹਾਂ, ਇਹ ਸਭ ਕੁਛ ਇੱਕ ਪਲ ਦਾ ਹੈ, ਇੱਕ ਛਿਣ ਦਾ ਹੈ, ਸੱਚ ਨਹੀਂ ਹੈ ਜੀ। ਇਹ ਸੱਚ ਹਰੀ ਦੇ ਨਾਲ ਜੋੜਨ ਵਾਲਾ ਨਹੀਂ ਹੈ ਜੀ। ਜੇ ਪਰਮਾਤਮਾ ਨੇ ਭੰਡਾਰ ਦਿੱਤੇ ਹੋਏ ਹਨ ਤੇ ਉਹ ਵੰਡ ਕੇ ਛਕਣੇ ਹਨ ਜੀ, ਔਰ ਦੂਸਰੇ ਦੀ ਹੱਕ ਦੀ ਕਮਾਈ ਨਹੀਂ ਖਾਣੀ, ਮਾਇਆਵੀ ਵਿਕਾਰ ਛੱਡਣੇ ਹਨ ਜੀ। ਆਓ ਇਸ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਭਾਵੇਂ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ ਜਾਂ ਸਿੱਖ ਹੋਵੇ, ਹਰ ਇੱਕ ਧਰਮ ਦੇ ਧਾਰਨੀ ਲਈ ਉਸ ਧਰਮ ਦੇ ਆਗੂਆਂ ਵੱਲੋਂ ਕੁਛ ਨਿਸ਼ਚਿਤ
ਨਿਯਮ ਬਣਾਏ ਹੋਏ ਹਨ ਜੀ, ਜਿਨ੍ਹਾਂ ਦੀ ਪਾਲਣਾ ਕਰਨ ਵਾਲਾ ਹੀ ਸਹੀ ਅਰਥਾਂ ਵਿੱਚ ਉਸ ਧਰਮ ਨੂੰ ਅਪਣਾਉਣ ਦਾ ਹੱਕ ਰੱਖਦਾ ਹੈ ਜੀ। ਪਹਿਲੇ ਸਲੋਕ ਵਿੱਚ ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੱਚਾ ਮੁਸਲਮਾਨ ਕਹਾਣਾ ਬਹੁਤ ਔਖਾ ਹੈ, ਪਰ ਜਿਹੜਾ ਹੇਠ ਲਿਖੇ ਗੁਣਾਂ ਵਿੱਚ ਪੱਕਾ ਹੋਵੇ ਉਹੀ ਅਸਲੀ ਮੁਸਲਮਾਨ ਕਹਾਉਣ ਦਾ ਹੱਕਦਾਰ ਹੈ ਜੀ। ਅਤੇ ਉਹ ਉਸੇ ਤਰ੍ਹਾਂ ਹੀ ਇਹ ਥੱਲੇ ਦੱਸੀਆਂ ਚੀਜ਼ਾਂ ਸਾਡੇ ਹਰ ਇੱਕ ਧਰਮ 'ਤੇ ਔਰ ਗੁਰਸਿੱਖ ਵਾਸਤੇ ਮਨੁੱਖ ਵਾਸਤੇ ਵੀ ਲਾਗੂ ਹੁੰਦੀਆਂ ਹਨ ਜੀ। ਪੀਰ ਪੈਗੰਬਰਾਂ ਦਾ ਦੱਸਿਆ ਦੀਨ ਵਾਲਾ ਮਾਰਗ ਮਿੱਠਾ ਕਰਕੇ ਜਾਣੇ, ਧਨ ਪਦਾਰਥ ਵੰਡ ਕੇ ਖਾਵੇ, ਕੇਵਲ ਆਪਣਾ ਪਰਿਵਾਰ ਹੀ ਨਾ ਪਾਲੇ, ਸਗੋਂ ਕਮਾਏ ਹੋਏ ਧਨ ਨਾਲ ਲੋੜਵੰਦਾਂ ਵਿੱਚ ਵੀ ਉਹਨਾਂ ਦੀ ਮਦਦ ਕਰੇ। ਰੱਬੀ ਰਜ਼ਾ ਸਿਰ ਮੱਥੇ ਉੱਤੇ ਮੰਨੇ, ਭਾਵ ਦੁੱਖ ਵਿੱਚ ਹੋਵੇ ਜਾਂ ਸੁੱਖ ਵਿੱਚ ਹੋਵੇ, ਇਹ ਉਸ ਪਰਮਾਤਮਾ ਦੀ ਰਜ਼ਾ ਵਿੱਚ ਹੀ ਰਹੇ। ਆਪਣਤ ਨੂੰ ਛੱਡ ਕੇ ਹੰਕਾਰ ਨਾ ਕਰੇ ਜੀ, ਮਰਨ ਦੀ ਚਿੰਤਾ ਨਾ ਕਰੇ ਜੀ, ਅਤੇ ਜੀਵਨ ਦੀ ਆਸਾ ਨਾ ਰੱਖੇ ਜੀ, ਭਾਵ ਉਸ ਕਰਤਾ ਪੁਰਖ ਪਰਮੇਸ਼ਰ ਦੇ ਭਾਣੇ ਵਿੱਚ ਹੀ ਰਹੇ ਔਰ ਉਸਨੂੰ ਸਮਝੇ, ਉਸ ਦੇ ਹੁਕਮ ਨੂੰ ਸਮਝੇ ਜੀ, ਭਾਵ ਇਉਂ ਜਨਮ ਅਤੇ ਮਰਨ ਦਾ ਭਰਮ ਮਿਟਾ ਦੇਵੇ ਜੀ। ਇਸ ਤਰ੍ਹਾਂ ਦੂਜੇ ਸਲੋਕ ਵਿੱਚ ਗੁਰੂ ਜੀ ਦੱਸਦੇ ਹਨ ਕਿ ਇਹ ਗੱਲ ਸਪਸ਼ਟ ਹੈ ਕਿ ਕੋਈ ਵੀ ਜਗਿਆਸੂ ਜੋ ਗੁਰਸ਼ਬਦ ਹਰਨਾਮ ਵਿੱਚ ਸਮਾਉਣ ਦਾ ਇੱਛਕ ਹੋਵੇ, ਉਸ ਲਈ ਇਹ ਹੇਠ ਲਿਖੀਆਂ ਗੱਲਾਂ ਦਾ ਤਿਆਗ ਕਰਕੇ ਉਸ ਗੁਰਸ਼ਬਦ ਗੁਰਬਾਣੀ ਰਾਮ ਨਾਮ ਵਿੱਚ ਲਿਵ ਲਾਉਣੀ ਦੱਸੀ ਹੈ ਜੀ। ਕਾਮ, ਕ੍ਰੋਧ, ਝੂਠ, ਨਿੰਦਾ, ਹੰਕਾਰ, ਕਾਮ ਵਾਸਨਾ, ਮੋਹ, ਮਾਇਆ ਵਿਕਾਰ, ਇਸਤਰੀ ਦਾ ਮੋਹ, ਮਾਨ ਅਭਿਮਾਨ, ਟੱਬਰ ਦੀ ਪ੍ਰੀਤ, ਆਸਾ ਅਤੇ ਤ੍ਰਿਸ਼ਨਾ ਆਦਿ ਸੱਚੇ ਗੁਰਸ਼ਬਦ ਦੁਆਰਾ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਸਾਉਣ 'ਤੇ ਉਸ ਵਿੱਚ ਸਮਾਉਣ ਦੀ ਯੁਕਤੀ ਇਹ ਹੈ ਕਿ ਉਕਤ ਵਾਸ਼ਨਾਵਾਂ ਨੂੰ ਅਗਨੀ ਵਿੱਚ ਸਾੜ ਦੇਵੇ ਅਤੇ ਕੁੰਦਨ ਹੋ ਕੇ ਨਿਕਲੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਵਿੱਚ ਮਾਇਆਧਾਰੀ ਵੱਡੇ ਤੋਂ ਵੱਡਾ ਮਨੁੱਖ ਚਾਹੇ ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਹੋਵੇ, ਉਹ ਇਹ ਸਮਝ ਲਵੇ ਕਿ ਸਣੇ ਉਸਦੇ ਬਾਗ, ਮਿਲਕ, ਘਰ-ਬਾਰ ਅਤੇ ਫੌਜਾਂ ਆਦਿ ਸਭ ਨਾਸ਼ਵੰਤ ਹਨ ਜੀ। ਸਦਾ ਸਥਿਰ ਰਹਿਣ ਵਾਲਾ ਇੱਕੋ ਸੱਚ ਧਰਮ ਹੈ। ਵਾਹਿਗੁਰੂ ਜੀ ਦੀ ਪਛਾਣ ਕੁਦਰਤ ਸੁਣੀਏ ਸੋ ਭਲੀ ਪੁਕਾਰ ਹੋ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।